ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾਚੋ। या माया कै डांडे सूर के सन्मुख रन ते डर पे। सती के सांचै पांडे डगमग छाड़ रे मन बौरा। अब तो जरे मरे सिद्ध पाइयै लीनो हाथ सिंदौरा। कबीर ऐसी होए परी मन को पावत कीन। मरने ते क्या डरपना जो हाथ सिंदौरा लीन। नहु जति सती नहीं पड़िया मूर्ख मुगदा जन्म पया। प्रणवत नानक तिन की शरणा जिन तू नाही विसरिया। जुगो जुग अटल चवर छत्र तख दे मालिक ਸਰਵਰੇ ਕਾਇਨਾਤ ਦੇ ਸਰਬ ਸਾਂਝੇ ਰਹਿਬਰ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ ਮੁਬਾਰਕ ਚਰਨ ਕਮਲਾਂ ਪਾਸ ਸਜ ਕਰਕੇ ਸੰਧਿਆ ਵੇਲੇ ਦੇ ਵਿਸ਼ੇਸ਼ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਦਾਸ ਤੋਂ ਪਹਿਲਾਂ ਸੋ ਦਰ ਰਹਿਰਾਸ ਸਾਹਿਬ ਬਾਣੀ ਦੇ ਨਾਲ ਆਪ ਜੀ ਨੇ ਸਾਂਝ ਪਾਈ। ਰੱਬੀ ਬਾਣੀ ਦੇ ਕੀਰਤਨ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਸਰਵਣ ਕਰ ਰਹੇ ਸੀ। ਸਮਾਂ ਹੈ ਗੁਰ ਇਤਿਹਾਸ ਦੇ ਉਹਨਾਂ ਪੰਨਿਆਂ ਦੇ ਨਾਲ ਸਾਂਝ ਪਾਉਣ ਦਾ ਜਿਨ੍ਹਾਂ ਦਾ ਸੰਬੰਧ ਪੋਹ ਦੇ ਮਹੀਨੇ ਦੇ ਚੱਲ ਰਹੇ ਇਹਨਾਂ ਦਿਨਾਂ ਦੇ ਨਾਲ ਹੈ। ਸਤਿਗੁਰੂ ਕਿਰਪਾ ਕਰਨ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਹਾਜ਼ਰੀ ਗੁਰ ਚਰਨਾਂ ਵਿੱਚ ਲਵਾ ਲਈਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਦੇ ਦੀਵਾਨਾਂ ਅੰਦਰ ਆਪ ਜੀ ਨੇ ਭਾਈ ਸਾਹਿਬ ਜੀ ਹੁਣਾਂ ਪਾਸੋਂ ਸਰਵਣ ਕੀਤਾ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਬਿਰਾਜਮਾਨ ਸਨ। ਕਰੀਬ 8 ਮਹੀਨੇ ਤੋਂ ਮੁਗਲ ਫੌਜ ਤੇ ਬਹੁਤਾਤ ਗਿਣਤੀ ਵਿੱਚ ਪਹਾੜੀ ਰਾਜਿਆਂ ਦੀ ਫੌਜ ਵੱਲੋਂ ਘੇਰਾ ਪਏ ਨੂੰ ਹੋ ਚੁੱਕਾ ਹੈ। ਭੁੱਖ ਦੇ ਨਾਲ ਹਾਲਾਤਾਂ ਦੇ ਕਰਕੇ ਪ੍ਰਸਾਦੀ ਹਾਥੀ ਤੱਕ ਚੜ੍ਹਾਈ ਕਰ ਚੁੱਕਾ ਹੈ। ਸਿੰਘਾਂ ਦੀ ਹਾਲਾਤ ਤੰਦਰੁਸਤ ਨਹੀਂ ਹੈ, ਸਰੀਰ ਕਰਕੇ ਕੋਈ ਬਹੁਤੇ ਠੀਕ ਨਹੀਂ। ਅਨਾਜ ਦੀ ਕਮੀ ਹੈ, ਕਿਲਾ ਛੱਡ ਦਿੱਤਾ। ਉਹ ਆਪ ਜੀ ਨੇ ਜ਼ਿਕਰ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਝੂਠੀਆਂ ਕਸਮਾਂ ਖਾਧੀਆਂ ਗਈਆਂ, ਕੁਰਾਨ ਸ਼ਰੀਫ ਦੀ ਕਸਮ ਖਾਧੀ ਗਈ। ਹਿੰਦੂ ਪਹਾੜੀ ਰਾਜਿਆਂ ਵੱਲੋਂ ਸਾਲ ਗਿਰਾਮ ਦੀ ਮੂਰਤ ਤੇ ਗਊ ਆਟੇ ਦੀ ਬਣਾ ਕਰਕੇ ਉਸ ਦੀਆਂ ਸੌਹਾਂ ਖਾ ਕਰਕੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਵਾਸਤੇ ਮਜਬੂਰ ਕੀਤਾ ਗਿਆ।
ਸਤਿਗੁਰੂ ਨੇ ਕਿਲਾ ਛੱਡਿਆ, ਕਸਮਾਂ ਤੋੜੀਆਂ, ਹਮਲਾ ਹੋਇਆ। ਸਰਸਾ ਨਦੀ ਦਾ ਕਿਨਾਰਾ ਹੈ, ਜਿੱਥੇ ਬੈਠ ਕਰਕੇ ਸਤਿਗੁਰੂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ, ਨਿਤਨੇਮ ਦੀਆਂ ਬਾਣੀਆਂ ਪੜ੍ਹੀਆਂ। ਆਸਾ ਕੀ ਵਾਰ ਬਾਣੀ ਦਾ ਕੀਰਤਨ ਹੋਇਆ। ਜਿਸ ਤਰ੍ਹਾਂ ਇਤਿਹਾਸ ਦੱਸਦਾ ਹੈ, ਨਦੀ ਉਫਾਨ ਤੇ ਸੀ, ਹੜ੍ਹ ਆਇਆ ਹੋਇਆ ਸੀ, ਤਿੰਨ ਪਾਸੇ ਜੰਗ ਦਾ ਮੈਦਾਨ ਬਣਿਆ। ਇੱਕ ਪਾਸੇ ਸਤਿਗੁਰੂ ਤੇ ਸਤਿਗੁਰੂ ਦਾ ਪਰਿਵਾਰ ਸਰਸਾ ਨਦੀ ਨੂੰ ਪਾਰ ਕਰ ਰਹੇ ਨੇ, ਇੱਕ ਪਾਸੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਕਮਾਨ ਸੰਭਾਲ ਕਰਕੇ ਬੈਠੇ ਨੇ। ਸਰਸਾ ਨਦੀ ਨੂੰ ਪਾਰ ਕਰਕੇ ਇੱਕ ਪਾਸੇ ਬਾਬਾ ਬਚਿੱਤਰ ਸਿੰਘ ਤੇ ਇੱਕ ਪਾਸੇ ਬਾਬਾ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਭਾਈ ਜੈਤਾ ਜੀ ਆਖਿਆ ਜਾਂਦਾ ਹੈ, ਉਹ ਕਮਾਨ ਤੇ ਨੇ। ਮੇਰੇ ਕੋਲ ਸਮਾਂ ਥੋੜਾ ਹੈ। ਚਮਕੌਰ ਸਾਹਿਬ ਦੀ ਜੰਗ ਦਾ ਹਾਲ ਆਪ ਜੀ ਦੇ ਨਾਲ ਸਾਂਝਾ ਕਰਨਾ ਮੈਂ ਸੰਖੇਪ ਰੂਪ ਵਿੱਚ ਬੇਨਤੀ ਕਰਾਂ। ਭਾਈ ਬਚਿੱਤਰ ਸਿੰਘ ਸਰੀਰ ਤੇ ਅਨੇਕਾਂ ਫੱਟ ਲੱਗਣ ਦੇ ਕਾਰਨ ਜ਼ਖਮੀ ਹਾਲਾਤ ਵਿੱਚ ਨੇ। ਕੋਟਲਾ ਨਿਹੰਗ ਖਾਂ ਦੇ ਘਰ ਵਿੱਚ ਉਹਨਾਂ ਨੂੰ ਠਹਿਰਾਇਆ ਗਿਆ। ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਹੋ ਚੁੱਕੀ ਹੈ। ਹੁਣ ਇੱਕ ਸੁਚੱਜੀ ਅਗਵਾਈ ਕਰਨ ਵਾਲੇ ਜਰਨੈਲ ਦੇ ਵਾਂਗ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਦੀ ਭਾਲ ਵਿੱਚ ਨੇ। ਸਤਿਗੁਰੂ ਨੇ ਟਿਕਾਣਾ ਕੀਤਾ ਹੈ। ਰੋਪੜ ਤੋਂ ਚੱਲੇ ਨੇ, ਪਿੱਛੋਂ ਮਲਕਪੁਰ ਰੰਗਣਾ ਦਾ ਇਲਾਕਾ ਲੰਘਦੇ ਹੋਏ ਕੋਟਲਾ ਨਿਹੰਗ ਖਾਂ ਦੀ ਧਰਤੀ ਤੋਂ ਆਉਂਦੇ ਹੋਏ ਰੋਪੜ ਤੋਂ ਚੱਲ ਕਰਕੇ ਉਸ ਨਗਰ ਵਿੱਚ ਪਹੁੰਚੇ ਨੇ, ਜਿੱਥੇ ਸਤਿਗੁਰੂ ਪਹਿਲਾਂ ਵੀ ਆ ਚੁੱਕੇ ਨੇ। ਚੌਧਰੀ ਬੁੱਧੀ ਚੰਦ ਉਸ ਨਗਰ ਦਾ ਨਿਵਾਸੀ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਹੈ। ਦੋ ਭਰਾ ਨੇ, ਇੱਕ ਦਾ ਨਾਮ ਗਰੀਬ ਚੰਦ ਹੈ ਤੇ ਦੂਸਰੇ ਦਾ ਨਾਮ ਬੁੱਧੀ ਚੰਦ ਹੈ। ਜਦੋਂ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਇਸ ਨਗਰ ਦੇ ਵਿੱਚ ਪਹੁੰਚੇ ਤੇ ਬੇਨਤੀ ਕੀਤੀ, ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਤੁਸੀਂ ਆਪਣਾ ਟਿਕਾਣਾ ਕਰੋ, ਰਿਹਾਇਸ਼ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਦੇ ਪ੍ਰਤੀ ਕਿੰਨੀ ਕੁ ਸੋਚ ਰੱਖਦੇ ਨੇ। ਕਹਿਣ ਲੱਗੇ, ਬੁੱਧੀ ਚੰਦ ਜੀ, ਹਕੂਮਤ ਦੇ ਬਾਗੀ ਹਾਂ, ਹਕੂਮਤ ਨੂੰ ਪਤਾ ਲੱਗਿਆ ਤੁਹਾਡੇ ਘਰ ਦੇ ਵਿੱਚ ਅਸੀਂ ਠਹਿਰੇ ਹੋਏ ਹਾਂ, ਤੁਹਾਡੇ ਬੱਚਿਆਂ ਸਮੇਤ ਤੁਹਾਡਾ ਨੁਕਸਾਨ ਕੀਤਾ ਜਾਣਾ ਹੈ। ਤੁਹਾਡੀ ਨਗਰ ਤੋਂ ਬਾਰ-ਬਾਰ ਜਿਹੜੀ ਹਵੇਲੀ ਹੈ, ਕੱਚੀ ਹਵੇਲੀ ਹੈ, ਉਸ ਵਿੱਚ ਸਾਡਾ ਉਤਾਰਾ ਕਰਵਾ ਦਿਓ। ਕਈਆਂ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜਿੰਨੇ ਸਿੱਖ ਸਨ, ਉਹਨਾਂ ਨੇ ਇੱਥੋਂ ਤੱਕ ਬੁੱਧੀ ਚੰਦ ਨੂੰ ਕਹਿ ਦਿੱਤਾ। ਕਹਿਣ ਲੱਗੇ, ਜੇ ਹਕੂਮਤ ਦੇ ਅਹਿਲਕਾਰ ਆਉਣ, ਫੌਜ ਦੇ ਸਿਪਾਹੀ ਤੁਹਾਨੂੰ ਪੁੱਛਣ ਤੇ ਤੁਸੀਂ ਆਖ ਦੇਣਾ ਆਪਣੇ ਜ਼ੋਰ ਦੇ ਨਾਲ ਉਹਨਾਂ ਨੇ ਹਵੇਲੀ ਤੇ ਕਬਜ਼ਾ ਕੀਤਾ, ਪੁਸ਼ ਕਰਕੇ ਨਹੀਂ। ਖੈਰ, ਉਸ ਕੱਚੀ ਹਵੇਲੀ, ਜਿਸ ਨੂੰ ਕੱਚੀ ਗੜੀ ਦਾ ਨਾਮ ਦਿੱਤਾ ਜਾਂਦਾ ਹੈ, ਉਸ ਵਿੱਚ ਸਤਿਗੁਰੂ ਦਾਖਲ ਹੋਏ ਨੇ। ਹਕੀਮ ਅੱਲਾ ਯਾਰ ਖਾਂ ਜੋਗੀ ਨੇ ਬੜਾ ਪਿਆਰਾ ਸ਼ੇਰ ਲਿਖਿਆ ਹੈ। ਉਹ ਕਹਿਣ ਲੱਗੇ, ਸਤਿਗੁਰੂ ਅੰਦਰ ਦਾਖਲ ਹੋਏ, ਆਪਣੇ ਤੀਰ ਦੀ ਚੁੰਝ ਦੇ ਨਾਲ ਮਿੱਟੀ ਨੂੰ ਪੁੱਟ ਕਰਕੇ ਤੇ ਸਿੰਘਾਂ ਨੂੰ ਕੋਲ ਬੁਲਾਇਆ। ਕਹਿਣ ਲੱਗੇ, ਜਿਸ ਖਿੱਤੇ ਮੇ ਹਮ ਕਹਤੇ ਥੇ ਆਨਾ, ਇਹ ਵਹੀ ਹੈ। था लुट कर जहां से जाना, ये वही है। बच्चों को था जहां पर कटाना, ये वही है। मिट्टी बता देती है ठिकाना, ये वही है। कहने लगे, जिस जगह बाबत मैं आप जी नूं दसदा सी ना भी बच्चियां नूं वारना है, जिस जगह ते उतारा करना है, जिस जगह तो सुरखरू हो करके जाना है, ये जगह उही है। हुण सिखां दी हालात की है? ਸਰਸਾ ਨਦੀ ਨੂੰ ਪਾਰ ਕੀਤਾ, ਭਾਵ ਅੱਤ ਦੀ ਠੰਡ ਦੇ ਵਿੱਚ ਵਸਤਰ ਭਿੱਜੇ ਹੋਏ ਨੇ। ਤਿੰਨ ਪਾਸੇ ਜੰਗ ਕਰਕੇ ਆਏ ਨੇ, ਭਾਵ ਸਰੀਰਾਂ ਦੇ ਉੱਪਰ ਹਥਿਆਰਾਂ ਦੇ ਫੱਟ ਨੇ। ਅਨਾਜ ਦੀ, ਆਟਾ ਦਾਲ ਦੀ, ਕਿਸੇ ਵੀ ਖਾਦ ਪਦਾਰਥਾਂ ਦੀ ਕਮੀ ਸੀ। ਇਹਦਾ ਭਾਵ ਹੈ ਭੁੱਖਣ ਭਾਣੇ ਨੇ ਤੇ ਪਿੱਛੇ 10 ਲੱਖ ਦੀ ਫੌਜ ਦਾ ਘੇਰਾ ਹੈ। ਜਦੋਂ ਗੜੀ ਦੇ ਅੰਦਰ ਦਾਖਲ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਉਸ ਗੜੀ ਵਿੱਚ ਨੇ, ਸਿੰਘ ਵੀ ਉਸ ਗੜੀ ਵਿੱਚ ਨੇ। ਤੇ ਹੁਣ ਹਾਲਾਤ ਕੀ ਹੈ? ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿਣ ਲੱਗਾ, ਕੁਛ ਲੇਟ ਗਏ ਖਾਕ ਪੇਜ਼ੀ ਪੋਸ਼ ਬਿਸ਼ਾਕਰ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਚਵਰ ਛਤਰ ਤਖਤ ਦੇ ਮਾਲਕ ਨੇ,
ਆਨੰਦਪੁਰ ਸਾਹਿਬ ਦੀ ਧਰਤੀ ਤੇ ਸਨ, ਤਖਤ ਤੇ ਬੈਠਦੇ ਸਨ, ਸਿਰ ਤੇ ਚੰਦੋਆ ਲੱਗਦਾ, ਪ੍ਰਸਾਦੀ ਹਾਥੀ ਚੌਰ ਕਰਦਾ। ਅੱਜ ਹਾਲਾਤ ਇਹ ਨੇ, ਅੱਜ ਹੇਠਾਂ ਵਿਛਾਉਣ ਵਾਸਤੇ ਇੱਕ ਚਾਦਰ ਤੱਕ ਵੀ ਨਸੀਬ ਨਹੀਂ। ਘੋੜਿਆਂ ਦੀਆਂ ਕਾਠੀਆਂ ਨੂੰ ਉਤਾਰਿਆ ਗਿਆ ਤੇ ਸਿੱਖਾਂ ਨੇ ਉਹਦੇ ਤੇ ਲੇਟਣਾ ਕੀਤਾ। ਜ਼ੀ ਕਿਹਾ ਜਾਂਦਾ ਘੋੜੇ ਨੂੰ, ਪੋਸ਼ ਕਿਹਾ ਜਾਂਦਾ ਘੋੜੇ ਦੀ ਕਾਠੀ ਨੂੰ। ਕੁਛ ਲੇਟ ਗਏ ਖਾਕ ਪੇ ਜ਼ੀ ਪੋਸ਼ ਬਿਛਾਕਰ, पहरा लगा देने कई तलवार उठाकर, गोबिंद भी शबबाश हुए खैमे में जाकर। कहने लगे जदों सारियां सिखां ने अपना बिस्तरा घोड़ियां दियां काठियां नूं बनाया, गुरु गोबिंद सिंह महाराज जी वास्ते कुछ काठियां नूं इकत्र किया गया, चादर विछाई गई है, उस नूं एक पलंग दी शक्ल दे करके ते सतगुरु दा आसन बनाया। गोबिंद भी शबबाश हुए खैमे में जाकर, देखा तो वहां बैठे हैं गर्दन को झुकाकर। हुण सतगुरु दे मन विच जो विचार चलदी है, वो मन दे विच ख्याल ने। कहण लगे मेरे सिख आनंदपुर साहिब दी धरती ते सन, ਚੰਗਿਆਂ ਘਰਾਂ ਤੋਂ ਸਨ, ਚੰਗੇ ਆਨੰਦ ਵਿੱਚ ਸਨ, ਆਨੰਦਾਂ ਦੀ ਪੁਰੀ ਨੂੰ ਛੱਡ ਕਰਕੇ ਆਏ ਨੇ। ਅੱਜ ਸਿੱਖ ਜ਼ਮੀਨ ਤੇ ਲੇਟੇ ਹੋਏ ਨੇ। ਉਹਨਾਂ ਸਿੱਖਾਂ ਦੇ ਗੁਰੂ ਨੂੰ ਇਸ ਬਣਾਏ ਹੋਏ ਪਲੰਗ ਦੇ ਉੱਪਰ ਨੀਂਦ ਕਿਵੇਂ ਪੈ ਸਕਦੀ ਹੈ? ਫਿਰ ਅੱਗੇ ਦਾ ਜ਼ਿਕਰ ਕੀਤਾ ਹੈ, ਕਹਿਣ ਲੱਗੇ ਜਬ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੇ। ਇਹਦਾ ਭਾਵ ਹੈ ਸਤਿਗੁਰੂ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਹੈ। ਥੱਕੇ ਟੁੱਟੇ ਹੋਏ ਸਿੰਘ ਜ਼ਮੀਨ ਤੇ ਲੇਟ ਕਰਕੇ, ਘੋੜਿਆਂ ਦੀਆਂ ਕਾਠੀਆਂ ਤੇ ਲੇਟ ਕਰਕੇ ਰਾਤ ਨੂੰ ਬਿਤਾ ਰਹੇ ਨੇ, ਥਕਾਵਟ ਨੂੰ ਉਤਾਰ ਰਹੇ ਨੇ। ਵਸਤਰ ਠੰਡ ਦੇ ਨਾਲ, ਪਾਣੀ ਦੇ ਨਾਲ ਭਿੱਜੇ ਹੋਏ ਨੇ, ਠੰਡ ਹੱਡਾਂ ਨੂੰ ਚੀਰਦੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਕਰਨ ਲੱਗੇ ਨੇ, ਹੁਣ ਸੁਣਨਾ ਕਰੋ। जब डेढ़ घड़ी रात गई जिक्रे खुदा में, खैमे से निकल आए सरकार हवा में, कदमों से थे टहलते मगर दिल था दुआ में, बोले ऐ रजावंद खुश हूं तेरी रजा में। ये गुरु के सिख दा करतब है। सतगुरु दा फरमान है, जे सुख दे तां तुझे अराधी, दुख पी तुझे ध्याई, जे भुख दे तां इत ही राजा, दुख विच सूख मनाई। सतगुरु दा फरमान है, जो नर दुख मैं दुख नहीं मानै, सुख स्नेह अर भै नहीं जाकै, कंचन माटी मानै। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਹਾਲਾਤ ਤੱਕ ਕਰਕੇ, ਪਰਿਵਾਰ ਵਿੱਚੋਂ 2 ਬੱਚਿਆਂ ਦਾ ਕੁਝ ਪਤਾ ਨਹੀਂ ਹੈ। ਮਾਤਾ ਗੁਜਰ ਕੌਰ ਲਾਪਤਾ ਹੈ, ਭਾਈ ਮਨੀ ਸਿੰਘ ਦੇ ਨਾਲ ਮਾਤਾਵਾਂ ਨੇ, ਕਿਸੇ ਦਾ ਕੁਝ ਪਤਾ ਨਹੀਂ। ਸਤਿਗੁਰੂ ਦੇ ਨਾਲ 40 ਦੀ ਗਿਣਤੀ ਵਿੱਚ ਸਿੰਘ ਤੇ 2 ਸਾਹਿਬਜ਼ਾਦੇ ਨੇ। ਉਹਨਾਂ ਦੇ ਸਰੀਰ ਦੀ ਹਾਲਾਤ ਆਪ ਜੀ ਜਾਣਦੇ ਹੋ। ਅੱਤ ਦੀ ਠੰਡ ਹੈ, ਫੌਜ ਦਾ ਘੇਰਾ ਹੈ, ਜ਼ਮੀਨ ਤੇ ਸੁੱਤੇ ਪਏ ਨੇ। ਤੇ ਸਤਿਗੁਰੂ ਅਕਾਲ ਪੁਰਖ ਨੂੰ ਸੰਬੋਧਨ ਹੋ ਕਰਕੇ ਕਹਿ ਰਹੇ ਨੇ, ਕਹਿਣ ਲੱਗੇ ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋਂ ਸੇ ਤੇ ਟਹਿਲਤੇ ਮਗਰ ਦਿਲ ਥਾ ਦੁਆ ਮੇ, बोले ऐ रजावंद खुश हूं तेरी रजा में, करतार से कहते थे गोया रूबरू होकर, कल जाऊंगा चमकौर से मैं सुरखरू होकर। ਬੱਚਿਆਂ ਦਾ ਆਨੰਦ ਕਾਰਜ ਕਰਕੇ, ਬੱਚਿਆਂ ਨੂੰ ਵਿਆਹ ਕਰਕੇ, ਬੱਚਿਆਂ ਨੂੰ ਚੰਗੇ ਅਹੁਦਿਆਂ ਤੇ ਸੈਟਲ ਕਰਕੇ ਪਰਿਵਾਰ ਸੁਰਖਰੂ ਹੁੰਦੇ ਬੜੇ ਤੱਕੇ ਨੇ। ਬੱਚਿਆਂ ਦਾ ਵਿਆਹ ਕਰਨ ਤੋਂ ਬਾਅਦ ਪੋਤਰੇ ਦਾ ਮੁਖ ਵੇਖਣਾ, ਪੋਤਰੇ ਦਾ ਵਿਆਹ ਕਰਨਾ, ਇਹ ਕਹਿ ਕੇ ਲੋਕ ਬੜੇ ਸੁਣੇ ਨੇ, ਮੈਂ ਸੁਰਖਰੂ ਹੋ ਜਾਵਾਂਗਾ। ਇਹ ਪਹਿਲਾ ਪਿਤਾ ਹੈ ਜਿਹੜਾ ਇਹ ਗੱਲ ਆਖਦਾ, ਮੈਂ ਸਿੱਖਾਂ ਤੇ ਪੁੱਤਾਂ ਨੂੰ ਵਾਰ ਕਰਕੇ ਕੱਲ ਸੁਰਖਰੂ ਹੋਣਾ। ਖੈਰ, ਨਗਾਰਾ ਵੱਜਿਆ ਜਿਹੜਾ ਪ੍ਰਤੀਕ ਹੈ, ਫੌਜ ਨੇ ਘੇਰਾ ਪਾ ਲਿਆ। ਸਤਿਗੁਰੂ ਨੇ ਜ਼ਫਰਨਾਮੇ ਦੇ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਔਰੰਗਜ਼ੇਬ, ਮੇਰਾ ਸ਼ੌਂਕ ਨਹੀਂ ਹੈ ਜੰਗ ਕਰਨਾ, ਸ਼ੌਂਕ ਨਹੀਂ ਹੈ ਖੂਨ ਵਹਾਉਣਾ, ਕਿਉਂਕਿ ਜਦੋਂ ਦੁਨੀਆ ਦੇ ਇਤਿਹਾਸ ਨੂੰ ਪੜ੍ਹਨਾ ਕਰੀਏ, ਚੰਗੇਜ਼ ਖਾਨ, ਸਿਕੰਦਰ, ਅਲੈਗਜ਼ੈਂਡਰ ਵਰਗਾ ਬਾਦਸ਼ਾਹ, ਹਿਟਲਰ ਵਰਗੇ ਬਾਦਸ਼ਾਹ ਨੂੰ ਪੜ੍ਹਨਾ ਕਰੀਏ, ਉਹਨਾਂ ਦਾ ਸ਼ੌਂਕ ਹੈ ਕਤਲੇਆਮ ਕਰਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਔਰੰਗਜ਼ੇਬ, ਮੈਂ ਲਾਚਾਰਗੀ ਦੇ ਵਿੱਚ ਮਜਬੂਰ ਹੋ ਕਰਕੇ ਹਥਿਆਰ ਚੁੱਕਣੇ ਪਏ, ਬਾ ਲਾਚਾਰਗੀ ਦਰਮਿਆਂ ਆਮਦਮ ਬਾ ਤਦਬੀਰ ਤੀਰੋ ਤੁਫੰਗ ਆਮਦਨ। ਕਿਉਂ ਮਜਬੂਰ ਹੋਣਾ ਪਿਆ? ਕਿਉਂਕਿ ਸਤਿਗੁਰੂ ਕਹਿਣ ਲੱਗੇ, ਗੁਰਸਨਹਿ ਚਿਹਕਾਰੇ ਕੁਨਦ ਚਹਿਲ ਨਰ ਕੇ 10 ਲੱਖ ਬਰਾਇਦ ਬਰੋ ਬੇਖਬਰ। ਚਹਿਲ ਨਰ ਦਾ ਭਾਵ ਹੈ 40 ਸਿੰਘ, 10 ਲੱਖ ਦਾ ਭਾਵ ਹੈ 10 ਲੱਖ। ਕਹਿਣ ਲੱਗੇ ਭੁੱਖਣ ਭਾਣੇ, 40 ਸਿੰਘਾਂ ਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ, ਤੇਰੀ 10 ਲੱਖ ਭੁੱਖੇ ਸ਼ੇਰਾਂ ਵਰਗੀ ਫੌਜ ਉਹਨਾਂ ਤੇ ਆ ਕੇ ਟੁੱਟ ਪਈ ਸੀ।
ਖੈਰ ਨਗਾਰਾ ਵੱਜਿਆ, 10 ਲੱਖ ਦੀ ਗਿਣਤੀ ਵਿੱਚ ਫੌਜ ਨੇ ਆ ਕਰਕੇ ਘੇਰਾ ਪਾਇਆ ਤੇ ਸਭ ਤੋਂ ਪਹਿਲਾਂ ਜਦੋਂ ਵੀ ਕਿਸੇ ਥਾਂ ਤੇ ਹਮਲਾ ਕਰਨਾ ਹੋਵੇ 3 ਤਰੀਕੇ ਵਰਤੇ ਜਾਂਦੇ ਨੇ। ਸਭ ਤੋਂ ਪਹਿਲਾਂ ਅਸਤਰਾਂ ਦੀ ਵਰਤੋਂ ਹੁੰਦੀ ਹੈ, ਫਿਰ ਅਸਤਰ ਸ਼ਸਤਰਾਂ ਦੀ ਵਰਤੋਂ ਹੁੰਦੀ ਹੈ, ਤੇ ਜਦੋਂ ਕੋਈ ਵੀ ਹੀਲਾ ਚੱਲੇ ਨਾ ਫਿਰ ਸ਼ਸਤਰ ਚਲਾਏ ਜਾਂਦੇ। ਅਸਤਰ ਦਾ ਭਾਵ ਹੈ ਉਹ ਹਥਿਆਰ ਜਿਹੜੇ ਦੂਰ ਤੋਂ ਚੱਲਦੇ ਹੋਣ, ਜਿਨ੍ਹਾਂ ਵਿੱਚ ਤੀਰ ਕਮਾਨ ਆਉਂਦਾ, ਜਿਨ੍ਹਾਂ ਵਿੱਚ ਗੋਲੀਆਂ ਤੋਪ ਦੇ ਗੋਲੇ ਆਉਂਦੇ। ਅਸਤਰ ਸ਼ਸਤਰ ਦਾ ਭਾਵ ਹੈ ਜਿਨ੍ਹਾਂ ਨੂੰ ਹੱਥ ਦੇ ਨਾਲ ਦੂਰੋਂ ਵੀ ਚਲਾਇਆ ਜਾ ਸਕਦਾ ਤੇ ਜਿਹੜੇ ਆਮੋ ਸਾਹਮਣੇ ਵੀ ਚੱਲ ਸਕਦੇ ਨੇ, ਜਿਨ੍ਹਾਂ ਵਿੱਚ ਨਾਗਣੀ ਤੇ ਨੇਜ਼ਾ ਆਉਂਦਾ। ਤੇ ਸ਼ਸਤਰ ਦੇ ਵਿੱਚ ਉਹ ਹਥਿਆਰ ਆਉਂਦੇ ਨੇ ਜਿਹੜੇ ਆਮੋ ਸਾਹਮਣੇ ਚੱਲਣ ਵਾਲੇ ਹੋਣ, ਜਿਨ੍ਹਾਂ ਵਿੱਚ ਸ਼੍ਰੀ ਸਾਹਿਬ ਸ਼ਮਸ਼ੀਰ ਖੰਡਾ ਆਦਿਕ ਆਉਂਦੇ। ਤੀਰਾਂ ਦੇ ਨਾਲ ਹਮਲਾ ਸ਼ੁਰੂ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਫਰਨਾਮੇ ਵਿੱਚ 3 ਜਰਨੈਲਾਂ ਦਾ ਜ਼ਿਕਰ ਕੀਤਾ। ਕਹਿਣ ਲੱਗੇ 13 ਜਰਨੈਲ ਦਿਲਸ਼ੇਰ ਖਾਂ ਉਹ ਚੜ ਕਰਕੇ ਆਇਆ ਸੀ, ਮੇਰੇ ਤੀਰ ਦੀ ਭੇਟ ਚੜ ਗਿਆ, ਜ਼ਮੀਨ ਤੇ ਡਿੱਗਿਆ, ਸਪੁਰਦੇ ਖਾਕ ਹੋਇਆ। ਦੂਸਰਾ ਜਰਨੈਲ ਨਾਹਰ ਖਾਂ ਆਇਆ, ਉਹ ਹਮਲਾ ਕਰਨ ਲੱਗਾ ਪਰ ਉਹ ਵੀ ਤੀਰ ਦੀ ਭੇਟ ਚੜਿਆ ਤੇ ਪਿੱਛੇ ਮੁੜ ਗਿਆ। ਤੀਸਰਾ ਜਰਨੈਲ ਆਇਆ ਸੀ ਖਵਾਜਾ ਖਿਜ਼ਰ ਖਾਂ, ਜਿਹਦਾ ਨਾਮ ਖਵਾਜਾ ਮਰਦੂਦ ਵੀ ਆਉਂਦਾ। ਇਹ ਉਹ ਖਵਾਜਾ ਖਿਜ਼ਰ ਖਾਨ ਹੈ ਜਿਹੜਾ ਨਵਾਬ ਮਲੇਰਕੋਟਲਾ, ਜਿਸ ਨੂੰ ਹਾ ਦਾ ਨਾਰਾ ਮਾਰਨ ਵਾਲਾ ਕਿਹਾ ਜਾਂਦਾ ਹੈ, ਉਹਦਾ ਭਰਾ ਹੈ। ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਵੀ ਇਸ ਜੰਗ ਦੇ ਵਿੱਚ ਆਪ ਸ਼ਾਮਲ ਹੈ। ਸਤਿਗੁਰੂ ਨੇ ਜ਼ਫਰਨਾਮੇ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਤੇਰਾ ਖਵਾਜਾ ਖਿਜ਼ਰ ਖਾਂ ਕੰਧ ਟੱਪ ਕਰਕੇ ਮੇਰੇ ਤੇ ਹਮਲਾ ਕਰਨ ਵਾਸਤੇ ਆਇਆ ਸੀ, ਪਰ ਅੱਖਾਂ ਦੀ ਧਾਕ ਨਾ ਚੱਲਦਾ ਹੋਇਆ ਉਸ ਕੰਧ ਤੋਂ ਪਿੱਛੇ ਮੁੜ ਗਿਆ। ਜੇ ਮਰਦਾਂ ਵਾਂਗ ਆਉਂਦਾ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ ਤੇ ਮੇਰੇ ਤੀਰ ਦੇ ਨਾਲ ਸਪੁਰਦੇ ਖਾਕ ਹੋ ਕੇ ਜ਼ਮੀਨ ਤੇ ਡਿੱਗ ਪਈ। ਖੈਰ 3 ਜਰਨੈਲ ਉਹਨਾਂ ਨੇ ਆਪਣਾ ਯਤਨ ਲਾਇਆ, ਇੱਕ ਵੀ ਵਾਹ ਚੱਲੀ ਨਾ। ਇੱਕ ਚੌਥਾ ਜਰਨੈਲ ਆਇਆ, ਉਹਦੇ ਬਾਰੇ ਸਤਿਗੁਰੂ ਕਹਿਣ ਲੱਗੇ ਬੜੀ ਦਲੇਰੀ ਦੇ ਨਾਲ ਲੜਿਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਮ ਹੈ ਜਿਹੜੀ ਦੁਸ਼ਮਣ ਦੀ ਸਿਫਤ ਕਰਦੀ ਹੈ। ਕਹਿਣ ਲੱਗੇ ਤੇਰਾ ਚੌਥਾ ਜਰਨੈਲ ਆਇਆ, ਬੜੀ ਦਲੇਰੀ ਦੇ ਨਾਲ ਆਇਆ, ਕੁਝ ਹੱਲੇ ਹੋਸ਼ ਦੇ ਨਾਲ ਕੀਤੇ, ਕੁਝ ਬੇਹੋਸ਼ ਹੋ ਕੇ ਕੀਤੇ, ਭਾਵ ਹੋਸ਼ ਤੋਂ ਬਿਨਾਂ ਕਮਲਿਆਂ ਵਾਂਗ ਹੱਲੇ ਕੀਤੇ, ਪਰ 2 ਸਿੱਖਾਂ ਨੂੰ ਮਾਰਨ ਵਿੱਚ ਤੇਰਾ ਜਰਨੈਲ ਕਾਮਯਾਬ ਹੋਇਆ। ਖੈਰ ਅੰਮ੍ਰਿਤ ਵੇਲਾ ਹੋਇਆ, ਦਿਨ ਚੜ੍ਹਨ ਲੱਗਾ। ਹੁਣ ਸਿੱਖਾਂ ਦੇ ਵਿੱਚ ਵੀ ਇਹ ਰਣਨੀਤੀ ਬਣ ਗਈ ਹੈ, ਹੁਣ ਮੁਕਾਬਲਾ ਮੈਦਾਨੇ ਜੰਗ ਦੇ ਅੰਦਰ ਹੋਣਾ। 5-5 ਦੀ ਗਿਣਤੀ ਦੇ ਵਿੱਚ ਸਿੱਖਾਂ ਨੇ ਮੈਦਾਨੇ ਜੰਗ ਵਿੱਚ ਜਾਣ ਦੀ ਵਿਉਂਤਬੰਦੀ ਕੀਤੀ। ਪਹਿਲਾ ਜਥਾ ਭਾਈ ਹਿੰਮਤ ਸਿੰਘ ਦੀ ਅਗਵਾਈ ਦੇ ਵਿੱਚ ਜਾਂਦਾ ਹੈ। 5 ਸਿੰਘ ਜਾਂਦੇ ਨੇ, ਫੌਜ ਦਾ ਭਾਰੀ ਨੁਕਸਾਨ ਕੀਤਾ, ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਅਗਲੇ ਜਥੇ ਦੀ ਤਿਆਰੀ ਹੈ। ਦੂਸਰਾ ਜਥਾ ਗਿਆ, ਤੀਸਰਾ ਜਥਾ ਗਿਆ। ਜਦੋਂ ਚੌਥੇ ਜਥੇ ਦੀ ਜਾਣ ਦੀ ਵਾਰੀ ਆਈ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਹੱਥ ਦੇ ਵਿੱਚ ਆਪਣੇ ਘੋੜੇ ਦੀ ਰਕਾਬ ਫੜ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆ ਕੇ ਮੈਦਾਨੇ ਜੰਗ ਵਿੱਚ ਜਾਣ ਦੀ ਆਪ ਅੱਜ ਉਹਨਾਂ ਕੋਲੋਂ ਮੰਗਦੇ ਪਏ ਨੇ ਕਿ ਸਾਨੂੰ ਤੁਹਾਡੀ ਹਾਂ ਦੀ ਲੋੜ ਹੈ। ਦੁਨੀਆ ਦੇ ਇਤਿਹਾਸ ਵਿੱਚ ਕਈ ਪੈਗੰਬਰ ਹੋਏ, ਕਈ ਜਰਨੈਲ ਹੋਏ। ਇਹ ਹਮੇਸ਼ਾ ਵੇਖਣ ਨੂੰ ਮਿਲਦਾ ਹੈ, ਜੇ ਗੱਦੀ ਦਾ ਵਾਰਸ ਬਣਾਉਣਾ ਹੋਵੇ ਤੇ ਪੁੱਤਰ ਸਭ ਤੋਂ ਪਹਿਲਾਂ ਕੀਤਾ ਜਾਂਦਾ ਹੈ। ਜੇ ਮੈਦਾਨੇ ਜੰਗ ਵਿੱਚ ਜੂਝਣ ਦੀ ਗੱਲ ਹੋਵੇ ਤੇ ਪੁੱਤਰ ਤੇ ਪਰਿਵਾਰ ਨੂੰ ਕੁਕੜੀ ਦੇ ਖੰਭਾਂ ਦੇ ਵਾਂਗ ਸਭ ਤੋਂ ਪਹਿਲਾਂ ਬਚਾਇਆ ਜਾਂਦਾ ਹੈ। ਪਰ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿੱਥੇ ਗੁਰਤਾ ਗੱਦੀ ਦੇਣ ਦੀ ਵਾਰੀ ਆਈ, ਸਤਿਗੁਰੂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਪਾਸੇ ਕੀਤਾ ਹੈ, ਬਾਬਾ ਲਖਮੀ ਦਾਸ ਜੀ ਨੂੰ ਪਾਸੇ ਕੀਤਾ ਹੈ ਤੇ ਗੱਦੀ ਦੇ ਵਾਰਸ ਭਾਈ ਲਹਿਣਾ ਜੀ ਨੂੰ ਬਣਾ ਕਰਕੇ ਗੁਰੂ ਅੰਗਦ ਸਾਹਿਬ ਨੂੰ ਥਾਪਿਆ। ਜਦੋਂ ਪੁੱਤਰ ਕਟਵਾਉਣ ਦੀ ਵਾਰੀ ਆਈ ਤੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਆਪਣੇ ਹੱਥੀਂ ਮੈਦਾਨੇ ਜੰਗ ਵਿੱਚ ਤੋਰਿਆ। ਹੁਣ ਦੁਸ਼ਮਣ ਦੇ ਵਿੱਚ ਹਾਹਾਕਾਰ ਹੈ। ਉਹ ਜਾਣਦੇ ਨੇ ਇਹ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਫਰਜ਼ੰਦ ਆਉਣ ਲੱਗਾ, ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵੀ ਜੰਗ ਜ਼ਰ ਜ਼ੋਰੂ ਤੇ ਜ਼ਮੀਨ ਦੇ ਪਿੱਛੇ ਨਹੀਂ ਲੜੀ। ਇਹ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਆਉਣ ਲੱਗਾ, ਜਿਨ੍ਹਾਂ ਦਾ ਦਾਦਾ ਦਿੱਲੀ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਕਿਸੇ ਦੇ ਵਾਸਤੇ ਕਟਵਾ ਸਕਦਾ। ਇਹ ਉਹ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਆਉਣ ਲੱਗਾ, ਜਿਨ੍ਹਾਂ ਦਾ ਪੜਦਾਦਾ 4 ਜੰਗਾਂ ਲੜਦਾ ਤੇ ਮੁਗਲ ਹਕੂਮਤ ਦਾ ਨਾਸ਼ ਕਰ ਦਿੰਦਾ। ਖੈਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਗਏ। ਅਨੇਕਾਂ ਦੁਸ਼ਮਣ, ਅਨੇਕਾਂ ਮੁਗਲ ਫੌਜ ਦੇ ਜਰਨੈਲ
ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਮੁਕਾਬਲਾ ਅਨਵਰ ਖਾਨ ਦੇ ਨਾਲ ਹੁੰਦਾ ਹੈ। ਅਨਵਰ ਖਾਨ ਸੰਜੋ ਦੇ ਨਾਲ ਪੂਰਾ ਢੱਕਿਆ ਹੋਇਆ, ਸੰਜੋ ਕਿਹਾ ਜਾਂਦਾ ਹੈ ਲੋਹੇ ਦੀ ਬਣੀ ਹੋਈ ਇੱਕ ਪੁਸ਼ਾਕ, ਜਿਹਦੇ ਨਾਲ ਆਪਣੇ ਸਰੀਰ ਨੂੰ ਹਮਲਿਆਂ ਤੋਂ ਬਚਾਇਆ ਜਾਂਦਾ ਹੈ। ਦੂਜੇ ਪਾਸੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਉਹਨਾਂ ਦੇ ਕੋਲ ਇੱਕ ਸਾਦੀ ਪੁਸ਼ਾਕ ਹੈ, ਚੋਲਾ ਹੈ। ਹੁਣ ਕਿਤੇ ਵੀ ਵਾਰ ਕਰਨ ਨੂੰ ਥਾਂ ਲੱਭਦਾ ਨਹੀਂ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਕੰਨ ਦੇ ਕੋਲ ਵਾਰ ਕੀਤਾ, ਸੰਜੋਗ ਨੂੰ ਪਾੜਦਾ ਹੋਇਆ ਤੀਰ, ਸੰਜੋਗ ਨੂੰ ਪਾੜਦਾ ਹੋਇਆ ਤੀਰ ਉਸ ਜਰਨੈਲ ਨੂੰ ਜ਼ਮੀਨ ਤੇ ਸੁੱਟਦਾ, ਕਈਆਂ ਨੂੰ ਜ਼ਖਮੀ ਕਰ ਦਿੱਤਾ, ਕਈਆਂ ਨੂੰ ਮੌਤ ਦੇ ਘਾਟ ਉਤਾਰਿਆ। ਅਖੀਰ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਪਿੱਠ ਤੇ ਇੱਕ ਵਾਰ ਹੋਇਆ। ਜਦੋਂ ਪਿੱਠ ਤੇ ਵਾਰ ਹੋਇਆ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਮੁਖ ਚਮਕੌਰ ਦੀ ਗੜੀ ਦੇ ਉੱਪਰ ਖੜੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲ। ਹੁਣ ਇੱਥੇ ਮੈਂ ਟੂਕ ਮਾਤਰ ਜ਼ਿਕਰ ਕਰਨਾ ਹੈ। ਕੱਲ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ, ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਜੀ 27 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਮਾਤਮੀ ਬਿਗਲ ਵਜਾਏ ਜਾਣਗੇ, ਭਾਵ ਸੋਗ ਰੂਪੀ ਧੁਨਾਂ ਵਜਾਈਆਂ ਜਾਣਗੀਆਂ। ਪੰਜਾਬ ਸਰਕਾਰ ਨੇ ਐਲਾਨ ਕੀਤਾ। ਮਾਤਮ ਹਮੇਸ਼ਾ ਮੌਤ ਦਾ ਮਨਾਇਆ ਜਾਂਦਾ ਹੈ, ਸ਼ਹਾਦਤਾਂ ਤੇ ਜੈਕਾਰੇ ਗੂੰਜਿਆ ਕਰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਉੱਤੇ ਖੜ ਕੇ ਤੱਕ ਰਹੇ ਨੇ, ਮੇਰਾ ਵੱਡਾ ਪੁੱਤਰ ਹੈ, ਪਿੱਠ ਤੇ ਕਿਸੇ ਨੇ ਬਰਸ਼ੀ ਚਲਾਈ ਹੈ, ਉਹ ਸ਼ਹੀਦ ਹੋਣ ਦੀ ਕਗਾਰ ਤੇ ਹੈ। ਤੇ ਕਵੀ ਅੱਲਾ ਯਾਰ ਖਾਂ ਜੋਗੀ ਕਹਿੰਦਾ, ਜੇ ਦੁਨਿਆਵੀ ਪਿਤਾ ਹੁੰਦਾ, ਆਪਣੇ ਪੁੱਤਰ ਨੂੰ ਆਪਣੇ ਸਾਹਮਣੇ ਮੈਦਾਨੇ ਜੰਗ ਵਿੱਚ ਡਿੱਗਦਾ ਵੇਖ ਕਰਕੇ ਉਹਦਾ ਦਾੜਾ ਹੰਝੂਆਂ ਨਾਲ ਭਿੱਜ ਜਾਂਦਾ ਹੈ। ਹਜ਼ਰਤ ਮੁਹੰਮਦ ਸਾਹਿਬ ਦੀ ਉਦਾਹਰਨ ਸਾਡੇ ਸਾਹਮਣੇ। ਦੁਨਿਆਵੀ ਪਿਤਾ ਹੋਵੇ, ਪੁੱਤਰ ਤੇ ਵਾਰ ਹੁੰਦਾ ਵੇਖ ਕਰਕੇ ਅੱਖਾਂ ਬੰਦ ਕਰ ਲੈਂਦਾ, ਉਹ ਤਰਲਿਆਂ ਤੱਕ ਆ ਜਾਂਦਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਨਮੁਖ ਉਹਨਾਂ ਦਾ ਵੱਡਾ ਫਰਜ਼ੰਦ ਸਾਹਿਬ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਜੂਝ ਕੇ ਡਿੱਗਣ ਲੱਗਾ ਤੇ ਸਤਿਗੁਰੂ ਨੇ ਜੈਕਾਰਾ ਛੱਡ ਕਰਕੇ ਇੱਕ ਗੱਲ ਕਹੀ ਸੀ, ਸ਼ਾਬਾਸ਼ ਪਿਸਰ ਬੜੀ ਦਲੇਰੀ ਸੇ ਲੜੇ ਹੋ, ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਤੂੰ ਬੜੀ ਦਲੇਰੀ ਦੇ ਨਾਲ ਲੜਿਆ, ਤੂੰ ਬਹਾਦਰੀ ਦੇ ਨਾਲ ਮੈਦਾਨੇ ਜੰਗ ਵਿੱਚ ਜ਼ੋਰ ਦਿਖਾਏ ਨੇ, ਤੂੰ ਇਸੇ ਤਰ੍ਹਾਂ ਲੜਨਾ ਸੀ। ਤੂੰ ਕਿਸੇ ਆਮ ਪਿਤਾ ਦਾ ਪੁੱਤਰ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੱਡਾ ਪੁੱਤਰ ਹੈ। ਇਹ ਮਾਤਮੀ ਬਿਗਲ ਵਜਾਉਣ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ, ਸ਼ਹਾਦਤਾਂ ਤੋਂ ਉਪਰੰਤ ਨਗਾਰੇ ਵਜਿਆ ਕਰਦੇ ਨੇ। ਸ਼ਹਾਦਤਾਂ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਆ ਕਰਦੀਆਂ ਨੇ, ਮਾਤਮੀ ਬਿਗਲ ਲੋਕਾਂ ਦੇ ਮਰੇ ਤੇ ਵਜਾਏ ਜਾਂਦੇ। ਹਾਂ, ਅਸੀਂ ਵਜਾਉਂਦੇ ਜੇਕਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਛੱਡ ਕੇ ਭੱਜੇ ਹੁੰਦੇ। ਅਸੀਂ ਵਜਾਉਂਦੇ ਮਾਤਮੀ ਬਿਗਲ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਫੀਆਂ ਮੰਗ ਕੇ ਤੇ ਆਪਣੇ ਪਰਿਵਾਰ ਨੂੰ ਬਚਾ ਕੇ ਚਲੇ ਗਏ ਹੁੰਦੇ। ਇਹ ਉਹ ਗੁਰੂ ਹੈ ਜਿਹੜਾ ਆਪਣਾ ਆਪਾ ਵਾਰਦਾ ਹੈ, ਜਿਹੜਾ ਛੋਟੀ ਉਮਰ ਵਿੱਚ ਆਪਣੇ ਪਿਤਾ ਨੂੰ ਵਾਰਦਾ ਹੈ, ਜਿਹੜਾ ਵਡੇਰੀ ਉਮਰ ਵਿੱਚ ਆਪਣੇ ਬੱਚਿਆਂ ਨੂੰ ਵਾਰ ਦਿੰਦਾ ਹੈ। ਇਹਨਾਂ ਦੀਆਂ ਸ਼ਹਾਦਤਾਂ ਤੇ ਮਾਤਮੀ ਬਿਗਲ ਨਹੀਂ, ਬਲਕਿ ਇੱਥੇ ਨਗਾਰੇ ਵੱਜਣੇ ਚਾਹੀਦੇ ਨੇ। ਖੈਰ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਹੋਈ ਹੈ ਤੇ ਇਹ ਸ਼ਹਾਦਤ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਖਾਂ ਨਾਲ ਤੱਕੀ ਹੈ, ਇਹ ਸ਼ਹਾਦਤ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਮਣੇ ਵੇਖ ਰਹੇ। ਹੁਣ ਦੁਨੀਆ ਦੇ ਵਿੱਚ ਬੜੇ ਬੱਚੇ ਹੋਣਗੇ ਜਿਨ੍ਹਾਂ ਦੀ ਉਮਰ 14 ਤੋਂ 15 ਸਾਲ ਵਿੱਚ ਹੈ। ਬੱਚੇ ਦਾ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਅਜੇ ਵਿਕਾਸ 14-15 ਸਾਲ ਦੀ ਉਮਰ ਵਿੱਚ ਮੰਨਿਆ ਨਹੀਂ ਜਾਂਦਾ। ਬਾਲਕ ਦੀ ਉਮਰ ਵੀ 18 ਸਾਲ ਹੈ। ਆਪਣੀਆਂ ਅੱਖਾਂ ਨਾਲ ਤੱਕਿਆ ਤੇ ਦੁਨਿਆਵੀ ਸੋਚ ਆਖਦੀ ਹੈ, ਸਾਹਮਣੇ ਤਲਵਾਰਬਾਜ਼ੀ ਹੁੰਦੀ ਵੇਖ ਕਰਕੇ ਬੱਚਾ ਘਬਰਾ ਜਾਂਦਾ ਹੈ, ਡਰ ਜਾਂਦਾ ਹੈ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਤੇ ਆ ਕਰਕੇ ਬੇਨਤੀ ਕਰਨ ਲੱਗੇ, ਆਖੇ ਸਾਹਿਬ ਜੁਝਾਰ ਗੁਰਾਂ ਨੂੰ ਮੇਰੇ ਤੇ ਵੀ ਮਿਹਰ ਕਰੋ, ਵੀਰ ਕਿਤੇ ਨਾ ਦੂਰ ਚਲਾ ਜਾਏ, ਹੁਕਮ ਦਿਓ ਨਾ ਦੇਰ ਕਰੋ। ਮੈਂ ਬਾਪੂ ਜੀ ਅੱਖੀਂ ਵੇਖੀ ਮੌਤ ਵੀਰ ਨੂੰ ਵਰਦੀ ਹੈ, ਢਾਲਾਂ ਚੋਂ ਨਿਕਲਣ ਚੰਗਿਆੜੇ, ਤੇਗਾਂ ਚੋਂ ਅਗ ਵਰਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖ ਤੇ ਚੜ੍ਹਦੀ ਕਲਾ ਦਾ ਨੂਰ ਹੈ, ਮੁਖ ਤੇ ਇੱਕ ਮੁਸਕਰਾਹਟ ਹੈ। ਕਹਿਣ ਲੱਗੇ, ਮੈਨੂੰ ਮਾਣ ਹੈ ਤੂੰ ਮੇਰਾ ਪੁੱਤਰ ਹੈ, ਤੂੰ ਅੱਜ ਮੈਦਾਨੇ ਜੰਗ ਨੂੰ ਅਪਣਾਉਣ ਦੇ ਵਿੱਚ ਆਨਾਕਾਨੀ ਨਹੀਂ ਕੀਤੀ, ਆਪ ਉੱਥੇ ਜਾਣ ਦੀ ਇਜਾਜ਼ਤ ਮੰਗਣ ਆਇਆ। ਜਦੋਂ ਚੱਲਣ ਲੱਗੇ, ਉਮਰ ਛੋਟੀ ਹੈ, ਸਰੀਰ ਕਰਕੇ ਕੱਦ ਕਾਠ ਛੋਟਾ ਹੈ, ਅਜੇ ਸਰੀਰਕ ਜੁੱਸਾ ਸਾਹਿਬਜ਼ਾਦਾ ਅਜੀਤ ਸਿੰਘ ਜਿੰਨਾ ਨਹੀਂ ਹੈ। ਕਿਉਂਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਪਹਿਲਾਂ ਬੱਸੀ ਪਠਾਣਾ ਦੀ ਜੰਗ
ਸਰਸਾ ਨਦੀ ਤੇ ਜੰਗ ਕਰ ਚੁੱਕੇ ਨੇ, ਉਹਨਾਂ ਦਾ ਤਜਰਬਾ ਸੀ। ਪਰ ਬਾਬਾ ਜੁਝਾਰ ਸਿੰਘ ਅਜੇ ਜੰਗ ਦੇ ਮੈਦਾਨ ਵਿੱਚ ਜਾਣ ਲਈ ਕਾਬਿਲ ਨਹੀਂ ਸਨ। ਗੁਰੂ ਸਾਹਿਬ ਕਹਿਣ ਲੱਗੇ, ਆਪਣੇ ਹੱਥਾਂ ਦੇ ਨਾਲ ਦਸਤਾਰ ਨੂੰ ਠੀਕ ਕੀਤਾ ਹੈ, ਦਸਤਾਰ ਦੇ ਉੱਪਰ ਕਲਗੀ ਲਗਾਈ ਹੈ, ਤੇ ਜਦੋਂ ਹਥਿਆਰ ਦੇਣ ਲੱਗੇ ਆਪਣੇ ਕਮਰ ਕੱਸੇ ਦੇ ਵਿੱਚੋਂ ਇੱਕ ਖੰਜਰ ਕੱਢਿਆ ਤੇ ਸਾਹਿਬ ਬਾਬਾ ਜੁਝਾਰ ਸਿੰਘ ਨੂੰ ਬਖਸ਼ਿਆ। ਕਹਿਣ ਲੱਗੇ, ਹਮ ਦੇਤੇ ਹੈ ਖੰਜਰ, ਇਸੇ ਸ਼ਮਸ਼ੀਰ ਸਮਝਣਾ। ਕਹਿਣ ਲੱਗੇ, ਮੈਂ ਇੱਕ ਖੰਜਰ ਦਿੱਤਾ ਹੈ, ਆਕਾਰ ਵਿੱਚ ਛੋਟਾ ਹੈ, ਇਹਨੂੰ ਸ਼ਮਸ਼ੀਰ ਸਮਝ ਕਰਕੇ ਚਲਾਉਣਾ ਹੈ, ਤੁਹਾਡੀ ਅਜੇ ਉਮਰ ਛੋਟੀ ਹੈ। ਹਮ ਦੇਤੇ हैं खंजर इसे शमशीर समझना, नेजे की जगह दादा का तुम तीर समझना, जब तीर कलेजे पे लगे कभी सी नहीं करना, उफ अपने मुंह से मेरी जान कभी भी नहीं करना। अपने हथी ਪੁੱਤਰ ਨੂੰ ਮੈਦਾਨੇ ਜੰਗ ਵਿੱਚ ਤੋਰਿਆ, ਇੱਕ ਪੁੱਤਰ ਸ਼ਹੀਦੀ ਪ੍ਰਾਪਤ ਕਰ ਚੁੱਕਾ ਹੈ। ਬਾਬਾ ਜੁਝਾਰ ਸਿੰਘ ਜੰਗ ਵਿੱਚ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੂਸਰਾ ਜਕਾਰਾ ਛੱਡਿਆ ਤੇ ਤੀਰਾਂ ਦੀ ਬਰਸਾਤ ਕਰਕੇ ਇਹ ਗੱਲ ਕਹੀ, ਦੂਸਰਾ ਪੁੱਤਰ ਆਇਆ ਹੈ, ਅਜੇ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਵਿੱਚ ਜਿਉਂਦਾ ਬੈਠਾ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੰਗ ਵਿੱਚ ਗਏ ਤੇ ਉਹਨਾਂ ਦੇ ਬਾਬਤ ਕਵੀ ਨੇ ਬੜਾ ਸੋਹਣਾ ਲਿਖਿਆ। ਕਹਿਣ ਲੱਗੇ, 10-20 को जख्मी किया, 10-20 को मारा, इस एक ने जंग में 21 को मारा। ਸਾਰੇ ਪਾਸੇ ਭਾਜੜ ਪੈ ਗਈ। ਜਿਹਨੂੰ ਇਹ ਸਮਝਿਆ ਜਾ ਰਿਹਾ ਸੀ ਅਜੇ ਦੁੱਧ ਦੇ ਦੰਦ ਟੁੱਟੇ ਨਹੀਂ, ਇਹਨੇ ਮੁਕਾਬਲਾ ਕੀ ਕਰਨਾ ਹੈ, ਸਾਡੇ ਕਈ ਜਰਨੈਲਾਂ ਨੂੰ ਮੌਤ ਦੇ ਘਾਟ ਇਸ ਬੱਚੇ ਨੇ ਉਤਾਰ ਦਿੱਤਾ। ਖੈਰ ਜਦੋਂ ਆਖਰੀ ਸਮਾਂ ਆਇਆ, ਫਿਰ ਪਿੱਠ ਤੇ ਵਾਰ ਹੋਇਆ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਉਸ ਜਗ੍ਹਾ ਤੇ ਜਾ ਕਰਕੇ ਡਿੱਗਣ ਲੱਗੇ ਨੇ ਜਿੱਥੇ ਬਾਬਾ ਅਜੀਤ ਸਿੰਘ ਜੀ ਦਾ ਪਾਵਨ ਸਰੀਰ ਪਿਆ ਹੋਇਆ, ਸ਼ਹੀਦੀ ਪ੍ਰਾਪਤ ਕੀਤਾ ਹੋਇਆ। ਜਦੋਂ ਦੂਸਰੇ ਪੁੱਤਰ ਨੂੰ ਸ਼ਹੀਦ ਹੁੰਦੇ ਵੇਖਿਆ ਤੇ ਕਵੀ ਨੇ ਬੜਾ ਸੋਹਣਾ ਲਿਖਿਆ। ਕਹਿਣ ਲੱਗੇ, ਜਦ ਹੱਸ ਸ਼ਹੀਦੀ ਪਾ ਗਿਆ ਉਹਦਾ ਲਾਲ ਛੁਟੇਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋ ਹਾਲਾਤ ਹੈ, ਜੋ ਅਵਸਥਾ ਹੈ, ਉਹਦੇ ਬਾਰੇ ਜ਼ਿਕਰ ਕਰ ਰਹੇ ਨੇ। ਕਹਿਣ ਲੱਗੇ, ਜਦ ਹੱਥ ਸ਼ਹੀਦੀ ਪਾ ਗਿਆ ਉਹਦਾ ਲਾਲ ਛੁਟੇਰਾ, ਉਹਨੂੰ ਉਂਗਲੀ ਫੜ ਕੇ ਲੈ ਗਿਆ ਉਹਦਾ ਵੀਰ ਵਡੇਰਾ। ਧੰਨ ਕਲਗੀਆਂ ਵਾਲੇ ਪਾਤਸ਼ਾਹ ਧੰਨ ਤੇਰਾ ਜੇਰਾ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਤੇ ਇੱਥੇ ਤੁਲਨਾ ਦਿੰਦੇ ਹੋਏ ਕਵੀ ਨੇ ਬੜਾ ਸੋਹਣਾ ਬਿਆਨ ਕੀਤਾ। ਭਾਈ ਸਾਹਿਬ ਜੀ ਪਹੁੰਚ ਚੁੱਕੇ ਨੇ, ਮੈਂ ਸਮਾਪਤੀ ਕਰਾਂ। ਕਹਿਣ ਲੱਗਾ, ਜਦੋਂ ਦੁਨੀਆ ਦੀ ਤਵਾਰੀਖ ਵੇਖੀਏ, ਦੁਨੀਆ ਦਾ ਇਤਿਹਾਸ ਵੇਖੀਏ, ਦੁਨੀਆ ਦੇ ਜਰਨੈਲਾਂ ਨੂੰ ਵੇਖਣਾ ਕਰੀਏ ਤੇ ਇੱਕ ਗੱਲ ਸਾਹਮਣੇ ਆਉਂਦੀ ਹੈ, ਕਿਸੇ ਜਰਨੈਲ, ਕਿਸੇ ਪੈਗੰਬਰ, ਕਿਸੇ ਰੱਬੀ ਅਵਤਾਰ ਦੇ ਵਿੱਚ ਇੰਨੀ ਪਾਇਆ ਨਹੀਂ ਆਪਣੇ ਪੁੱਤਰ ਦੀ ਮੌਤ ਉਹ ਆਪਣੀਆਂ ਅੱਖਾਂ ਦੇ ਸਨਮੁਖ ਵੇਖ ਸਕੀ। ਗੱਲ ਯਹੂਦੀ ਧਰਮ ਤੋਂ ਸ਼ੁਰੂ ਕਰਦਾ ਹੈ। ਇਬਰਾਹਿਮ ਦੇ ਘਰ ਦੇ ਵਿੱਚ ਯਾਕੂਬ ਤੇ ਯੂਸਫ ਦਾ ਜ਼ਿਕਰ ਆਉਂਦਾ ਹੈ। ਉਹਨਾਂ ਦੀ ਮੌਤ ਵੇਲੇ ਉਹਨਾਂ ਦੇ ਪਿਤਾ ਦਾ ਕੀ ਹਾਲ ਸੀ, ਇਹ ਇਤਿਹਾਸ ਗਵਾਹੀ ਭਰਦਾ। ਅਰਜਨ ਵਰਗਿਆਂ ਦਾ ਪੁੱਤਰ ਅਭਿਮਨਿਊ, ਉਹ ਮਰਦਾ ਹੈ ਤੇ ਆਪਣੇ ਤੀਰ ਕਮਾਨ ਛੱਡ ਦਿੰਦਾ ਵੀ ਪੁੱਤਰ ਦੀ ਮੌਤ ਤੋਂ ਬਾਅਦ ਮੈਂ ਲੜਨ ਦੇ ਯੋਗ ਨਹੀਂ। ਸਰਵਣ ਦੀ ਮੌਤ ਹੁੰਦੀ ਹੈ, ਅੰਨੇ ਮਾਂ ਪਿਓ ਰੋ ਕਰਕੇ ਪ੍ਰਾਣ ਤਿਆਗ ਦਿੰਦੇ ਨੇ, ਸਾਡੇ ਵਿੱਚ ਪਾਇਆ ਨਹੀਂ ਹੈ ਜਿਉਂਦੇ ਰਹਿਣ ਦੀ। ਦਸ਼ਰਥ ਦੇ ਘਰ ਦੇ ਵਿੱਚ ਉਹ ਭਗਵਾਨ ਰਾਮ, ਜਿਹਨੂੰ ਲੋਕ ਭਗਵਾਨ ਆਖਦੇ ਨੇ, ਉਹ 14 ਸਾਲਾਂ ਦੇ ਬਨਵਾਸ ਤੇ ਤੁਰਦਾ ਹੈ ਤੇ ਛੱਤ ਤੋਂ ਛਾਲ ਮਾਰ ਕਰਕੇ ਪ੍ਰਾਣ ਤਿਆਗ ਦਿੰਦਾ ਹੈ, ਕਿਉਂਕਿ ਪੁੱਤਰ ਦਾ ਵਿਛੋੜਾ ਝੱਲਿਆ ਨਹੀਂ ਜਾਂਦਾ। कवि ने जिक्र किया, कहने लगा, याकूब को यूसुफ के बिछड़ने ने रुलाया, रुतबा ऋषियों का गुरु गोबिंद ने बढ़ाया, कटवा के पिसर चार एक आंसू ना गिराया, कटवा दिए थे शिष शाम ने गीता को सुनाकर। जो महाभारत हुंदी है, मन्निया जाता है कृष्ण जी ने उथे गीता का उचारण किया, पर अपने पुत्र कटवाए नहीं, लोकां दे पुत्रां नूं उथे कटवाया, भाव वो मैदाने जंग विच जूझे सन। कटवा दिए ते शिष शाम ने गीता को सुनाकर, रूह फूक दी गोबिंद ने औलाद कटाकर। ते पंजाबी दा कवि की लिखदा है, कहन लगा, मौत पुत दी मूल ना जाए झल्ली, अर्जन जिहां दे धणक छड़ा दिते, दशरथ पिया विछोड़ा पुत्रां दा नैण मौत दे नाल मिला दिते, अन्ने मां प्यो ने रो रो प्राण त्यागे, मौत सरवण दी ने पिटने पा दिते, रावण जिहां दे सिरां दे ताज कंबे, जदों मेघ दे खंभ उड़ा दिते, सीता विछड़ी वैण ना जान झल्ले, रोंदा जग ने राम भगवान तकिया, चार वार के फिर भी हसदै, तेरे जिहा ना कोई बलवान तकिया। ओ धन श्री गुरु गोबिंद सिंह महाराज, जिन्हां दे लखते जिगर
ਸਾਹਿਬ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਉਹਨਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਅੱਜ ਆਪਾਂ ਇਕੱਤਰ ਹੋਏ ਹਾਂ। ਮੈਂ ਫਿਰ ਬੇਨਤੀ ਕਰਾਂ, ਮੁਸਲਮਾਨ ਕਵੀ ਇਹ ਗੱਲ ਜਾਣਦਾ ਹੈ ਕਿ ਦੁਨੀਆ ਵਿੱਚ ਬੜੇ ਧਰਮ ਨੇ, ਬੜੇ ਇਤਿਹਾਸ ਨੇ, ਬੜੇ ਪੈਗੰਬਰ ਨੇ, ਉਹਨਾਂ ਦੇ ਆਗੂਆਂ ਨੇ ਬੜੇ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਹੋਣਗੀਆਂ, ਪਰ ਉਹ ਕਹਿੰਦਾ ਜੇਕਰ ਤੀਰਥ ਵੇਖਣਾ ਹੋਵੇ ਤੇ ਚਮਕੌਰ ਦੀ ਗੜੀ ਤੋਂ ਵੱਡਾ ਕੋਈ ਤੀਰਥ ਨਹੀਂ। ਚਮਕ ਹੈ ਮਿਹਰ ਕੀ ਚਮਕੌਰ तेरे जरों में, यही से सितारे बन के गए आसमां के लिए, भटकते हैं कहाँ हज करे यहाँ आकर, ये काबा पास है सारे यहाँ के लिए, बस एक ही तीर्थ है हिंद में यात्रा के लिए, कटाए थे बच्चे जहाँ बाप ने खुदा के लिए। ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਿਜਦਾ ਕਰਦੇ ਹਾਂ। ਤੇ ਮੈਂ ਅਖੀਰ ਵਿੱਚ ਫਿਰ ਬੇਨਤੀ ਕਰਾਂ, ਜੋ ਐਲਾਨ ਕੱਲ ਪੰਜਾਬ ਦੀ ਹਕੂਮਤ ਵੱਲੋਂ ਕੀਤਾ ਗਿਆ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨਾ ਹੈ, ਮਾਤਮੀ ਬਿਗਲ ਵਜਾਉਣੇ ਨੇ, ਇਹ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਇਹਦਾ ਵਿਰੋਧ ਹੋਣਾ ਚਾਹੀਦਾ ਹੈ। ਇਹ ਸਿੱਖੀ ਨੂੰ ਹਿੰਦੂ ਤਵੀ ਰੰਗ ਵਿੱਚ ਰੰਗਣ ਦੀਆਂ ਕੁਝੀਆਂ ਚਾਲਾਂ ਨੇ, ਕਿਉਂਕਿ ਪਹਿਲਾਂ ਵੀ ਬੇਨਤੀ ਕੀਤੀ ਹੈ, ਸ਼ਹਾਦਤਾਂ ਤੇ ਨਗਾਰੇ ਵੱਜਿਆ ਕਰਦੇ ਨੇ, ਮੌਤਾਂ ਤੇ ਮਾਤਮ ਮਨਾਇਆ ਜਾਂਦਾ। ਉਹ ਪਿਤਾ ਦੇ ਪੁੱਤਰ ਬੈਠੇ ਆ, ਉਸ ਪਿਤਾ ਦੇ ਵਾਰਿਸ ਬੈਠੇ ਆ, ਜਿਹੜਾ ਵੱਡੇ ਪੁੱਤਰ ਨੂੰ ਸ਼ਹੀਦ ਹੁੰਦਾ ਵੇਖ ਕਰਕੇ ਅੱਖ ਵਿੱਚ ਹੰਝੂ ਨਹੀਂ ਲਿਆਉਂਦਾ, ਜਿਹੜਾ ਇਹ ਗੱਲ ਆਖਦਾ ਸ਼ਾਬਾਸ਼ ਪਿਸਰ ਬੜੀ ਦਲੇਰੀ ਸੇ ਲੜੇ ਹੋ, ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਉਹਨਾਂ ਦੇ ਪੁੱਤਰਾਂ ਦੀਆਂ ਸ਼ਹਾਦਤਾਂ ਤੇ ਮਾਤਮੀ ਬਿਗਲ ਵਜਾਉਣੇ, ਵੈਣ ਪਾਉਣੇ, ਕੀਰਨੇ ਪਾਉਣੇ, ਬੈਰਾਗ ਵਿੱਚ ਆਉਣਾ, ਇਹ ਸਿੱਖਾਂ ਦਾ ਕੰਮ ਨਹੀਂ। ਸ਼ਹਾਦਤ ਹਮੇਸ਼ਾ ਚੜ੍ਹਦੀ ਕਲਾ ਨੂੰ ਜਨਮ ਦਿੰਦੀ ਹੈ। ਇਸ ਕਰਕੇ ਉਹਨਾਂ ਦੀ ਸ਼ਹੀਦੀ ਤੋਂ ਸੰਕਲਪ ਲੈਣਾ ਚਾਹੀਦਾ ਹੈ ਕਿ ਸਮਾਂ ਕੋਈ ਵੀ ਹੋਵੇ, ਸਰਸਾ ਨਦੀ ਤੋਂ ਔਖਾ ਸਮਾਂ ਸਾਡੇ ਤੇ ਆਉਣ ਨਹੀਂ ਲੱਗਾ। ਸਮਾਂ ਕੋਈ ਵੀ ਹੋਵੇ, ਨਿਤਨੇਮ ਆਸਾ ਕੀ ਵਾਰ ਦਾ ਕੀਰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਰਕੇ ਸਾਨੂੰ ਇਹ ਗੱਲ ਸਿਖਾਈ ਹੈ ਕਿ ਕਿਵੇਂ ਸਿੱਖ ਆਪਣੇ ਗੁਰੂ ਦੇ ਨਾਲ ਪਿਆਰ ਕਰਦਾ ਹੈ। ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਸਨ, ਨਾ ਡਰੋ ਅਰ ਜੋ ਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਜਦੋਂ ਲੜਾਈ ਧਰਮ ਦੇ ਹੱਕ ਵਿੱਚ ਹੋਵੇ, ਮਜ਼ਲੂਮਾਂ ਦੇ ਹੱਕ ਵਿੱਚ ਹੋਵੇ ਤੇ ਜ਼ੁਲਮ ਦੇ ਖਿਲਾਫ ਹੋਵੇ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਪੜ੍ਹਨੇ ਆ, ਖੰਡ ਬਿਹੰਡੰ ਖਲ ਦਲ ਖੰਡੰ ਗਾਤਰਣ ਮੰਡੰ ਬਰ ਬੰਡੰ, ਉਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ, ਭਾਨ ਪ੍ਰਭੰ ਸੁਖ ਸੰਤਾਂ ਕਰਨੰ ਦੁਰਮਤ ਦਰਨੰ ਕਿਲਬਿਕ ਹਰਨੰ ਅਸ ਸ਼ਰਣੰ, ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਣ ਮਮ ਪ੍ਰਤਿਪਾਰਣ। ਜੈ ਤੇਗੰ ਸਿੱਖ ਦੀ ਸ਼੍ਰੀ ਸਾਹਿਬ, ਸਿੱਖ ਦੀ ਕਿਰਪਾਨ ਕਿਰਪਾ ਕਰਨ ਵਾਸਤੇ ਉੱਠਦੀ ਹੈ। ਉਹ ਕਿਰਪਾ ਜੇ ਕੋਈ ਪਿਆਰ ਨਾਲ ਲੈਣੀ ਚਾਹੁੰਦਾ ਹੈ ਤੇ ਉਹ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾ ਕਰਕੇ ਪ੍ਰਵਾਨ ਕਰਾਉਂਦੀ ਹੈ। ਜੇਕਰ ਕੋਈ ਚੜ ਕੇ ਆਉਂਦਾ ਹੈ, ਫਿਰ ਉਹੀ ਤੇਗ, ਉਹੀ ਸ਼੍ਰੀ ਸਾਹਿਬ, ਉਹੀ ਕਿਰਪਾਨ ਮੈਦਾਨੇ ਜੰਗ ਵਿੱਚ ਟੱਕਰਦੀ ਹੈ। ਸਤਿਗੁਰੂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਆਪ ਜੀ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨੀਆਂ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਇਸੇ ਤਰ੍ਹਾਂ ਸਿਜਦਾ ਕਰਨਾ। ਬੋਲਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।